Hello students, today we are going to discuss the topic ਬਾਰਟਰ ਸਿਸਟਮ। ਸੋ ਬਾਰਟਰ ਸਿਸਟਮ ਹੈ ਕਿ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਵਸਤੂ ਵਟਾਂਦਰਾ ਪ੍ਰਣਾਲੀ ਕਹਿ ਦਿੰਦੇ ਹਾਂ। ਵਸਤੂ ਵਟਾਂਦਰਾ ਕਹਿੰਦੇ ਮੁੰਦਰਾ ਦੇ ਵਟਾਂਦਰੇ ਦੇ ਬਿਨਾਂ ਵਸਤੂਆਂ ਵਸਤੂਆਂ ਦੇ ਲਈ ਪ੍ਰਤੱਖ ਵਟਾਂਦਰਾ ਹੈ। ਮਤਲਬ ਕਿ ਰਜੇ ਇਹ ਜਿਹਦੇ ਵਿੱਚ ਕੀ ਰਜੇ ਆਪਾਂ ਵਸਤੂਆਂ ਦੇ ਬਦਲੇ ਵਸਤੂਆਂ ਦਾ ਪ੍ਰਵਾਹ ਕਰਦੇ ਹਾਂ। ਡੈਟ ਮੀਨਸ ਵੀ ਆਪਾਂ ਪ੍ਰੋਡਕਟ ਦੇ ਕੇ ਪ੍ਰੋਡਕਟ ਲੈਂਦੇ ਹਾਂ। ਠੀਕ ਹੈ ਜੀ। ਆਪਾਂ ਜਿਵੇਂ ਅੱਜ ਕੱਲ੍ਹ ਆਪਾਂ ਕੀ ਜੇ ਆਪਾਂ ਪੈਸੇ ਦੇ ਕੇ ਕੋਈ ਪ੍ਰੋਡਕਟ ਖਰੀਦਦੇ ਹਾਂ, ਬਟ ਬਾਰਟਰ ਸਿਸਟਮ 'ਚ ਕੀ ਹੁੰਦਾ ਸੀਗਾ, ਆਪਾਂ ਪੈਸੇ ਨਹੀਂ ਸੀਗੇ ਉਸ ਟਾਈਮ। ਸੋ ਆਪਾਂ ਇੱਕ ਕਮੋਡਿਟੀ ਦੇ ਕੇ ਇੱਕ ਪ੍ਰੋਡਕਟ ਦੇ ਕੇ ਦੂਸਰਾ ਪ੍ਰੋਡਕਟ ਪਰਚੇਜ਼ ਕਰਦੇ ਸੀਗੇ। ਸੋ ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ, ਕਹਿੰਦੇ ਜੇਕਰ ਕਿਸਾਨ ਦੇ ਰੂਪ ਵਿੱਚ ਤੁਹਾਡੇ ਕੋਲ ਚਾਵਲਾਂ ਦਾ ਲੋੜ ਤੋਂ ਜ਼ਿਆਦਾ ਆਪਣੇ ਕੋਲ ਚਾਵਲ ਇਕੱਠੇ ਕੀਤੇ ਹੋਏ ਆ, ਠੀਕ ਹੈ, ਤਾਂ ਤੁਸੀਂ ਇੱਕ ਅਜਿਹੇ ਵਿਅਕਤੀ ਦੀ ਭਾਲ ਕਰੋਗੇ ਜਿਸ ਨੂੰ ਚਾਵਲਾਂ ਦੀ ਲੋੜ ਹੈ, ਚੌਲ ਚਾਹੀਦੇ ਆ ਜਿਹਨੂੰ, ਠੀਕ ਹੈ, ਅਤੇ ਜਿਸ ਦੇ ਕੋਲ ਬਦਲੇ ਦੇਣ ਲਈ ਕੱਪੜਾ ਹੈ, ਜਿਸ ਦੀ ਜ਼ਰੂਰਤ ਤੁਹਾਨੂੰ। ਇਹਦਾ ਮਤਲਬ ਕੀ ਹੈ ਵੀ ਇਹਦੇ 'ਚ ਇਹੀ ਸੀਗਾ ਰਜੇ ਵੀ ਆਪਾਂ ਨੂੰ ਇੱਕ ਇਹੋ ਜਿਹਾ ਪਰਸਨ ਲੱਭਣਾ ਪੈਂਦਾ ਸੀਗਾ ਜਿਹਦੇ ਨਾਲ ਆਪਣੀ ਜਿਹੜੀਆਂ ਨੀਡਸ, ਆਪਣੀ ਜਿਹੜੀਆਂ ਜ਼ਰੂਰਤਾਂ ਉਹ ਮੈਚ ਕਰ ਜਾਣ। ਠੀਕ ਹੈ ਜੀ। ਵੀ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਹੈ ਉਹਦੇ ਕੋਲੇ ਹੋਵੇ ਅਤੇ ਜਿਹੜੀ ਉਹਨੂੰ ਚਾਹੀਦੀ ਉਹ ਆਪਣੇ ਕੋਲੇ ਹੋਵੇ। ਸੋ ਇਹਨੂੰ ਆਪਾਂ C2C ਮਤਲਬ ਕਮੋਡਿਟੀ ਟੂ ਕਮੋਡਿਟੀ, ਵਸਤੂ ਟੂ ਵਸਤੂ ਅਰਥ ਵਿਵਸਥਾ ਵੀ ਕਿਹਾ ਜਾਂਦਾ। ਸੋ ਨੈਕਸਟ ਇਜ਼ ਰਾਜੇ ਵਸਤੂ ਵਟਾਂਦਰਾ ਪ੍ਰਣਾਲੀ ਦੀਆਂ ਕਠਿਨਾਈਆਂ, ਲਿਮੀਟੇਸ਼ਨਸ ਕਿਹੜੀਆਂ ਆਈਆਂ ਇਹਦੇ ਵਿੱਚ। ਫਸਟਲੀ ਰਾਜੇ ਡਬਲ ਕੋਇਨਸੀਡੈਂਸ ਆਫ ਵਾਂਟ। ਇਹਦਾ ਮਤਲਬ ਕੀ ਸੀਗਾ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਰਾਜੇ ਕਿ ਇਹੋ ਜਿਹਾ ਪਰਸਨ ਆਪਾਂ ਨੂੰ ਲੱਭਣਾ ਪੈਂਦਾ ਸੀਗਾ ਵੀ ਜਿਹਦੀ ਜ਼ਰੂਰਤ ਆਪਣੀ ਜ਼ਰੂਰਤ ਨਾਲ ਮੈਚ ਕਰੇ। ਠੀਕ ਹੈ। ਡੈਟ ਮੀਨਸ ਕਿ ਵੀ ਉਸ ਪਰਸਨ ਨੂੰ ਉਹ ਵਾਲੀ ਚੀਜ਼ ਦੀ ਜ਼ਰੂਰਤ ਹੋਵੇ ਜਿਹੜੀ ਆਪਣੇ ਕੋਲੇ ਆ, ਅਤੇ ਆਪਾਂ ਨੂੰ ਉਸ ਚੀਜ਼ ਦੀ ਜ਼ਰੂਰਤ ਹੋਵੇ ਜਿਹੜੀ ਉਹ ਪਰਸਨ ਕੋਲੇ ਆ। ਸੋ ਇਹੋ ਜਿਹਾ ਪਰਸਨ ਲੱਭਣਾ ਬਹੁਤ ਡਿਫੀਕਲਟ ਸੀਗਾ, ਲੱਭਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਕੰਜ਼ਿਊਮ ਹੁੰਦਾ ਸੀਗਾ। ਠੀਕ ਹੈ ਜੀ। ਅਤੇ ਬਹੁਤ ਹੀ ਰੇਅਰ ਹੁੰਦਾ ਸੀਗਾ ਵੀ ਆਪਾਂ ਨੂੰ ਕੋਈ ਇਹੋ ਜਿਹਾ ਪਰਸਨ ਲੱਭ ਜੇ ਜਿਹਨੂੰ ਉਸੇ ਸੇਮ ਚੀਜ਼ ਦੀ ਲੋੜ ਹੈ ਜਿਹੜੀ ਆਪਣੇ ਕੋਲੇ, ਅਤੇ ਆਪਾਂ ਨੂੰ ਉਸੇ ਚੀਜ਼ ਦੀ ਲੋੜ ਹੈ ਜਿਹੜੀ ਉਹਦੇ ਕੋਲੇ ਹੈ। ਸੋ ਟ੍ਰੇਡਿੰਗ ਕੋਸਟ ਦਾ ਬਾਰਟਰ ਸਿਸਟਮ, ਠੀਕ ਹੈ ਜੀ, ਬਹੁਤ ਸਾਰੀਆਂ ਟ੍ਰੇਡਿੰਗ ਕੋਸਟ ਜਿਹੜੀਆਂ ਇਹਦੇ ਵਿੱਚ ਬਹੁਤ ਜ਼ਿਆਦਾ ਹਾਈ ਹੁੰਦੀਆਂ ਸੀਗੀਆਂ ਰਾਜੇ। ਜਿਵੇਂ ਤਲਾਸ਼ ਦੀ ਲਾਗਤ, ਉਸ ਵਿਅਕਤੀ ਨੂੰ ਖੋਜਣ ਦੀ ਲਾਗਤ, ਠੀਕ ਹੈ, ਜਿਹਦੀਆਂ ਲੋੜਾਂ ਤੁਹਾਡੇ ਨਾਲ ਮੇਲ ਖਾਂਦੀਆਂ ਰਾਜੇ। ਇਸ ਵਿੱਚ ਸਮੇਂ ਦੀ ਬਹੁਤ ਜ਼ਿਆਦਾ ਬਰਬਾਦੀ ਹੁੰਦੀ ਸੀਗੀ, ਅਤੇ ਅਫਸਰ ਲਾਗਤ ਜਿਹੜੀ ਅਪਰਚੁਨਿਟੀ ਕੋਸਟ ਹੈ ਜੋ ਬਹੁਤ ਜ਼ਿਆਦਾ ਮਤਲਬ ਕਿ ਐਡ ਹੁੰਦੀ ਹੈ ਇਹਦੇ ਵਿੱਚ। ਠੀਕ ਹੈ। ਅਤੇ ਦੇਖੋ ਆਪਣਾ ਜਿਹੜਾ ਟਾਈਮ ਹੈ ਰਾਜੇ ਉਹ ਆਪਾਂ ਇੱਕ ਇਹੋ ਜਿਹੇ ਪਰਸਨ ਨੂੰ ਲੱਭਣ ਦੇ ਪਰ ਵੇਸਟ ਕਰ ਦਿੰਦੇ ਸੀਗੇ, ਹੈ ਨਾ, ਵੀ ਜਿਹਦੀਆਂ ਨੀਡਸ ਆਪਣੇ ਨੀਡਸ ਨਾਲ ਮੈਚ ਕਰਨ। ਸੋ ਬਹੁਤ ਡਿਫੀਕਲਟ ਸੀਗਾ ਉਸ ਟਾਈਮ। ਇੰਤਜ਼ਾਰ ਦੀ ਅਨੁਪਯੋਗਤਾ, ਠੀਕ ਹੈ ਜੀ, ਉਪਯੁਕਤ ਜਿਹੜਾ ਆਪਣੇ ਲਈ ਸਹੀ ਵਿਅਕਤੀ ਹੈ ਰਾਜੇ, ਉਸ ਵਿਅਕਤੀ ਨੂੰ ਜਿਹੜਾ ਮਤਲਬ ਵੀ ਉਹ ਵਿਅਕਤੀ ਹੁੰਦਾ ਉਪਯੁਕਤ ਜਿਹੜਾ ਆਪਣੀ ਉਸ ਚੀਜ਼ ਨੂੰ ਖਰੀਦਣ ਲਈ ਤਿਆਰ ਹੈ, ਜੋ ਆਪਣੇ ਕੋਲੇ ਹੈਗੇ, ਜੋ ਆਪਣਾ ਵੇਚਣਾ ਚਾਹੁੰਦੇ ਆ। ਠੀਕ ਹੈ। ਉਹਦਾ ਇੰਤਜ਼ਾਰ ਕੀ ਰਾਜੇ ਬਹੁਤ ਕਹਿ ਲਓ ਵੀ ਅਸੁਵਿਧਾਜਨਕ ਸੀਗਾ। ਮਤਲਬ ਆਪਾਂ ਨੂੰ ਆਈ ਨਹੀਂ ਪਤਾ ਵੀ ਆਪਾਂ ਨੂੰ ਕਿੰਨਾ ਟਾਈਮ ਉਸ ਪਰਸਨ ਦੀ ਵੇਟ ਕਰਨੀ ਪੈਣੀ ਸੀ। ਠੀਕ ਹੈ। ਵੀ ਕਦੋਂ ਆਪਾਂ ਨੂੰ ਉਹ ਪਰਸਨ ਜਾ ਕੇ ਲੱਭਦਾ। ਸੋ ਇਸ ਤਰ੍ਹਾਂ ਜਿਹੜੀ ਲਾਗਤ ਜਿਹੜੀ ਹੈਗੀ ਇੰਤਜ਼ਾਰ ਦੀ ਅਨੁਪਯੋਗਤਾ ਰੂਪ ਵਿੱਚ ਖਰਚ ਕਰਨੀ ਪੈਂਦੀ ਹੈ। ਓਕੇ ਜੀ। ਨੈਕਸਟ ਹੈਗਾ ਜੀ ਸਮਾਨ ਮੁੱਲ ਦੀ ਇਕਾਈ, ਲੈਕ ਆਫ ਦਾ ਕਾਮਨ ਯੂਨਿਟ ਆਫ ਵੈਲਿਊ। ਡੈਟ ਮੀਨਸ ਕੀ ਹੈ ਰਾਜੇ ਵੀ ਮੁੱਲ ਦੀ ਜਿਹੜੀ ਸਮਾਨ ਇਕਾਈ ਦੀ ਕਮੀ ਵੀ ਪਾਈ ਜਾਂਦੀ ਸੀਗੀ। ਇਸ ਦੀ ਕਮੀ ਹੁੰਦਿਆਂ ਕਿਸੇ ਵਸਤੂ ਦਾ ਮੁੱਲ ਦੁਹਰਾਉਣਾ ਜਾਂ ਦੱਸਣਾ ਬਹੁਤ ਜ਼ਿਆਦਾ ਕਠਿਨ ਹੁੰਦਾ ਹੈ। ਮਤਲਬ ਦੇਖੋ ਰਾਜੇ ਅੱਜ ਕੱਲ੍ਹ ਆਪਣੇ ਕੋਲੇ ਮਨੀ ਦੇ ਰੂਪ 'ਚ ਆਪਾਂ ਹਰੇਕ ਚੀਜ਼ ਦੀ ਕੀਮਤ ਲਗਾ ਸਕਦੇ ਹਾਂ। ਆਪਾਂ ਦੱਸ ਸਕਦੇ ਹਾਂ ਵੀ ਆਪਣੇ ਕੋਲੇ ਜੇ ਬਾਈਕ ਆ ਉਹਦੀ ਕੀਮਤ ਇੰਨੀ ਹੈ, ਜੇ ਬੁੱਕ ਆ ਉਹਦਾ ਪ੍ਰਾਈਸ ਇੰਨਾ ਹੈ। ਬਟ ਉਸ ਟਾਈਮ ਰਾਜੇ ਆਪਣੇ ਕੋਲੇ ਕੋਈ ਪ੍ਰੋਡਕਟ ਨਹੀਂ ਅਵੇਲੇਬਲ, ਮਤਲਬ ਕੋਈ ਯੂਨਿਟ ਨਹੀਂ ਅਵੇਲੇਬਲ ਸੀ ਜਿਹਦੇ ਨਾਲ ਆਪਾਂ ਕਿਸੇ ਪ੍ਰੋਡਕਟ ਦਾ ਜਿਹੜਾ ਪ੍ਰਾਈਸ ਆ, ਜਿਹੜੀ ਉਹਦੀ ਕੀਮਤ ਆ, ਜਿਹੜੀ ਉਹਦੀ ਵੈਲਿਊ ਆ ਰਾਜੇ, ਉਹਨੂੰ ਆਪਾਂ ਮੈਜ਼ਰ ਕਰ ਸਕੀਏ, ਮਾਪ ਸਕੀਏ। ਠੀਕ ਹੈ ਜੀ। ਜਿਵੇਂ ਆ ਦੇਖੋ ਰਾਜੇ ਉਹੀ ਚੀਜ਼ ਹੈ ਵੀ ਜਿਵੇਂ ਆਪਾਂ ਅੱਜ ਆਪਣੀ ਕੋਈ ਲਾਈਕ ਬਾਰਟਰ ਸਿਸਟਮ ਵਿੱਚ ਜੇ ਆਪਾਂ ਕੁਛ ਵੇਚਣਾ ਚਾਹੁੰਦੇ ਤਾਂ ਆਪਾਂ ਨੂੰ ਉਹਦੇ ਬਦਲੇ ਕੀ ਮਿਲੂਗਾ, ਲਾਈਕ ਗਾਵਾਂ, ਘੋੜੇ, ਮੱਝਾਂ ਮਿਲਣਗੇ। ਠੀਕ ਹੈ। ਅਤੇ ਕਾਰ ਦਾ ਮੁੱਲ ਜਿਹੜੇ ਲਿਖਿਆ ਹੋਇਆ ਕਹਿੰਦੇ ਕਾਰ ਦਾ ਮੁੱਲ ਘੋੜਿਆਂ, ਗਾਵਾਂ ਅਤੇ ਮੱਝਾਂ ਦੇ ਵਿੱਚ ਨਿਰਧਾਰਿਤ ਕੀਤਾ ਜਾਊਗਾ। ਓਬੀਅਸਲੀ ਰਾਜੇ ਉਹਨਾਂ ਦੇ ਲਈ ਕਾਰ ਦੀ ਵੈਲਿਊ ਵੀ ਸੇਮ ਹੈ ਅਤੇ ਮੱਝ ਗਾਂ ਦੀ ਵੈਲਿਊ ਵੀ ਸੇਮ ਹੈ। ਓਕੇ ਜੀ। ਨੈਕਸਟ ਹੈਗਾ ਜੀ ਭਵਿੱਖ ਵਿੱਚ ਕੀਤੇ ਜਾਣ ਵਾਲੇ ਭੁਗਤਾਨ, ਮਤਲਬ ਕਿ ਡੈਫਰਡ ਪੇਮੈਂਟ ਔਰ ਦਾ ਫਿਊਚਰ ਪੇਮੈਂਟ। ਸੋ ਅੱਜ ਕੱਲ੍ਹ ਰਾਜੇ ਆਪਣੇ ਕੋਲੇ ਪੈਸਾ, ਠੀਕ ਹੈ, ਆਪਾਂ ਈਜ਼ਲੀ ਫਿਊਚਰ ਪੇਮੈਂਟਸ ਕਰ ਸਕਦੇ ਹਾਂ। ਲਾਈਕ ਅੱਜ ਆਪਾਂ ਕਿਸੇ ਨੂੰ ਕਹਿ ਸਕਦੇ ਵੀ ਇਸ ਨੂੰ ਇੰਨੀ ਡੇਟ ਨੂੰ ਪੈਸਾ ਪੇ ਕਰਾਂਗੇ। ਠੀਕ ਹੈ। ਲਾਈਕ ਆਪਾਂ ਇੱਕ ਇੰਪਲੋਈ ਨੂੰ ਰੱਖਿਆ ਹੋਇਆ, ਆਪਾਂ ਪੂਰਾ ਮੰਥ ਉਹਦੀ ਸੈਲਰੀਜ਼ ਲੈ ਰਹੇ ਹਾਂ ਅਤੇ ਐਂਡ ਆਫ ਦਾ ਮੰਥ ਹੈ ਨਾ ਵੀ ਵਿਲ ਪੇ। ਠੀਕ ਹੈ ਜੀ। ਬਟ ਉਸ ਟਾਈਮ ਕੀ ਸੀਗਾ ਰਾਜੇ ਆਪਾਂ ਡੈਫਰਡ ਪੇਮੈਂਟ ਨਹੀਂ ਕਰ ਸਕਦੇ ਸੀਗੇ। ਠੀਕ ਹੈ ਜੀ। ਕਿਉਂ ਰਾਜੇ ਕਿਉਂਕਿ ਤੁਰੰਤ ਨਾ ਕਰਕੇ ਭਵਿੱਖ ਵਿੱਚੋਂ ਕੀਤਾ ਜਾਂਦਾ। ਉਦਾਹਰਨ ਵਜੋਂ ਜਿਵੇਂ ਆਪਾਂ ਉਹੀ ਜਿਹੜੀ ਐਗਜ਼ਾਮਪਲ ਮੈਂ ਤੁਹਾਨੂੰ ਦੱਸੀ ਰਾਜੇ ਸੇਮ ਹੀ ਆ
ਉਦਾਹਰਨ ਵਿੱਚ ਜੇਕਰ ਤੁਸੀਂ ਕਿਸੇ ਮਜ਼ਦੂਰ ਦੇ ਸੇਵਾਵਾਂ ਭਾੜੇ 'ਤੇ ਲੈਂਦੇ ਆ ਤਾਂ ਆਪਾਂ ਨੂੰ ਜੇ 5000 ਰੁਪਏ ਪ੍ਰਤੀ ਮਹੀਨਾ ਭੁਗਤਾਨ ਕਰਨ ਦਾ ਸਮਝੌਤਾ ਕਰਦੇ ਹਾਂ। ਬਟ ਇਹਨੂੰ ਬਾਰਟਰ ਸਿਸਟਮ 'ਚ ਆਪਾਂ ਕਿਵੇਂ ਪੋਸੀਬਲ ਹੈ ਇਹ, ਠੀਕ ਹੈ। ਹੁਣ ਆਪਾਂ ਮੇਜ਼, ਕੁਰਸੀਆਂ, ਚਾਵਲ ਜਾਂ ਕਣਕ, ਦਵਾਈਆਂ, ਚਾਕਲੇਟ ਆਦਿ 'ਚ ਭੁਗਤਾਨ ਕਰਾਂਗੇ। ਸੋ ਵਸਤੂ ਵਟਾਂਦਰਾ ਪ੍ਰਣਾਲੀ ਵਿੱਚ ਜਿਹੜਾ ਕੰਟਰੈਕਚੁਅਲ ਬੇਸਡ ਹੁੰਦਾ, ਜਿਹਨੂੰ ਆਪਾਂ ਠੇਕਾ ਕਹਿੰਦੇ ਨੇ, ਇਹਦਾ ਭੁਗਤਾਨ ਜਾਂ ਭਵਿੱਖ ਭੁਗਤਾਨ ਕਰਨਾ ਬਹੁਤ ਡਿਫੀਕਲਟ ਸੀਗਾ। ਆਪਾਂ ਨੂੰ ਐਟ ਏ ਟਾਈਮ ਹੀ ਭੁਗਤਾਨ ਕਰਨਾ ਪੈਂਦਾ ਸੀ। ਧਨ ਜਾਂ ਮੁੱਲ ਦੇ ਭੰਡਾਰ ਦੀ ਕਠਿਨਾਈ ਰਜੇ ਵਸਤੂ ਵਟਾਂਦਰਾ ਪ੍ਰਣਾਲੀ ਵਿੱਚ ਮੁੰਦਰਾ ਦੇ ਨਾ ਹੋਣ ਵਿੱਚ ਪੂੰਜੀ ਦਾ ਮੁੱਲ ਦਾ ਭੰਡਾਰ ਵਸਤੂਆਂ ਅਤੇ ਪਸ਼ੂਆਂ ਦੇ ਰੂਪ ਵਿੱਚ ਹੀ ਕੀਤਾ ਜਾਂਦਾ ਸੀਗਾ, ਠੀਕ ਹੈ ਜੀ। ਪਰੰਤੂ ਇਸ ਦੇ ਰੂਪ ਵਿੱਚ ਹੇਠ ਲਿਖੇ 4 ਕਾਰਨਾਂ ਕਰਕੇ ਧਨ ਦਾ ਭੰਡਾਰ ਕਰਨਾ ਸੰਭਵ ਨਹੀਂ ਹੁੰਦਾ। ਕਿਹੜੇ ਲਾਈਕ ਜਿਵੇਂ ਇਹਦੇ 'ਚ ਪੈਰੀਸ਼ੇਬਲ ਪ੍ਰੋਡਕਟ ਹੁੰਦੇ ਆ, ਲਾਈਕ ਜਿਵੇਂ ਵੈਜੀਟੇਬਲਸ ਆ, ਫਰੂਟਸ ਹੈ, ਆਪਣੇ ਐਨੀਮਲਸ ਹੋ ਗਏ, ਠੀਕ ਹੈ। ਦੀਜ਼ ਆਰ ਲਾਈਕ ਐਂ ਨਹੀਂ ਹੈਗਾ ਵੀ ਪੂਰਾ ਲਾਈਫ ਟਾਈਮ ਚੱਲਣਗੇ। ਜੇਕਰ ਇਹਨਾਂ ਨੂੰ ਆਪਾਂ ਜ਼ਿਆਦਾ ਲੰਬੇ ਸਮੇਂ ਲਈ ਸਟੋਰ ਕਰਕੇ ਵੀ ਨਹੀਂ ਰੱਖ ਸਕਦੇ, ਠੀਕ ਹੈ ਜੀ। ਇਹਨਾਂ ਦੇ ਉਲਟ ਜੇ ਆਪਾਂ ਕਹੀਏ ਮਤਲਬ ਜਿਵੇਂ ਆਪਾਂ ਪੈਸਾ ਹੈਗਾ ਜਿਹਨੂੰ ਆਪਾਂ ਈਜ਼ਲੀ ਸਟੋਰ ਕਰਕੇ ਰੱਖ ਸਕਦੇ ਹਾਂ। ਬਟ ਇਹ ਜਿਹੜੇ ਪ੍ਰੋਡਕਟ ਹੈਗੇ ਬਹੁਤ ਜਲਦੀ ਖ਼ਰਾਬ ਹੋ ਜਾਂਦੇ, ਇਹਨਾਂ ਦੀ ਕੁਆਲਿਟੀਜ਼ ਚਲੀਆਂ ਜਾਂਦੀਆਂ ਹੈਗੀਆਂ, ਠੀਕ ਹੈ। ਇਹਨਾਂ ਦੀ ਵੈਲਿਊ ਡਿਕਰੀਜ਼ ਹੋ ਜਾਂਦੀ ਹੈਗੀ ਆ। ਸੋ ਇਹਨਾਂ ਨੂੰ ਜੇਕਰ ਆਪਾਂ ਜਿਵੇਂ ਐਨੀਮਲਸ ਆ, ਜੇ ਆਪਾਂ ਲੌਂਗ ਟਾਈਮ ਲਈ ਜੇਕਰ ਇਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖਣਾ, ਸੰਭਾਲ ਕੇ ਰੱਖਣਾ, ਤਾਂ ਉਹਦੇ 'ਤੇ ਬਹੁਤ ਸਾਰਾ ਪੈਸਾ ਖਰਚ ਕਰਨਾ ਪੈਂਦਾ। ਓਕੇ ਜੀ, ਨੈਕਸਟ ਰਾਜੇ ਮਨੀ ਹੈ ਕਿ ਕੋਈ ਵੀ ਚੀਜ਼ ਰਾਜੇ, ਕੋਈ ਵੀ ਵਸਤੂ, ਐਨੀ ਪ੍ਰੋਡਕਟ ਜਿਸ ਨੂੰ ਆਪਾਂ ਵਟਾਂਦਰੇ ਦੇ ਮਤਲਬ ਐਕਸਚੇਂਜ ਦੇ ਮੀਡੀਅਮ ਦੇ ਤੌਰ 'ਤੇ ਯੂਜ਼ ਕਰਦੇ ਉਹਨੂੰ ਮਨੀ ਕਿਹਾ ਜਾਂਦਾ, ਠੀਕ ਹੈ ਜੀ। ਲਾਈਕ ਆਪਾਂ ਕੀ ਹੈ ਜੇ ਆਪਾਂ ਪੇਪਰ ਕੋਇਨਸ ਆ ਜਾਂ ਪੇਪਰ ਨੋਟਸ ਆ ਨਾ, ਉਹਨੂੰ ਆਪਾਂ ਮਨੀ ਕਹਿੰਦੇ ਹਾਂ, ਬਿਕੋਜ਼ ਉਹਨੂੰ ਆਪਾਂ ਕੋਈ ਵੀ ਪ੍ਰੋਡਕਟ ਖਰੀਦਣ ਜਾਂ ਵੇਚਣ ਲਈ ਉਹਨੂੰ ਯੂਜ਼ ਕਰਦੇ ਹਾਂ, ਠੀਕ ਹੈ ਜੀ। ਸੋ ਡੈਫੀਨੇਸ਼ਨ ਦੇਖੋ, ਮੁੰਦਰਾ ਦੀ ਪਰਿਭਾਸ਼ਾ ਕਹਿੰਦੇ ਕਿਸੇ ਵਿਅਕਤੀ ਦੇ ਰੂਪ ਵਿੱਚ ਦਿੱਤੀ ਜਾ ਸਕਦੀ ਹੈ ਜਿਸ ਨੂੰ ਵਸਤੂ ਦੇ ਰੂਪ ਵਿੱਚ ਦਿੱਤੀ ਜਾ ਸਕਦੀ ਹੈ ਜਿਸ ਨੂੰ ਆਮ ਤੌਰ 'ਤੇ ਵਟਾਂਦਰੇ ਦਾ ਮਾਧਿਅਮ ਸਵੀਕਾਰ ਕੀਤਾ ਗਿਆ ਹੋਵੇ ਅਤੇ ਇਸ ਦੇ ਨਾਲ ਹੀ ਜੋ ਮੁੱਲ ਮਾਪਕ ਅਤੇ ਮੁੱਲ ਦੇ ਭੰਡਾਰ ਦਾ ਵੀ ਕੰਮ ਕਰਦੇ। ਮਤਲਬ ਮੁੰਦਰਾ ਕੀ ਹੈ ਜੀ, ਇੱਕ ਅਜਿਹੀ ਵਸਤੂ ਹੈਗੀ ਹੈ ਜਿਹਨੂੰ ਆਪਾਂ ਆਮ ਤੌਰ 'ਤੇ ਮਤਲਬ ਮੀਡੀਅਮ ਆਫ ਐਕਸਚੇਂਜ ਪ੍ਰੋਡਕਟਸ ਨੂੰ ਖਰੀਦਣ ਦੇ ਲਈ ਯੂਜ਼ ਕਰਦੇ ਹਾਂ। ਅਤੇ ਇਹਦੇ ਨਾਲ ਹੀ ਰਾਜੇ ਆਪਾਂ ਜਿਹੜੀ ਮਨੀ ਹੈਗੀ ਹੈ, ਠੀਕ ਹੈ, ਉਹਦੇ ਮੁੱਲ ਨੂੰ ਆਪਾਂ ਮਨੀ ਨੂੰ ਸਟੋਰ ਵੀ ਕਰ ਸਕਦੇ ਹਾਂ ਅਤੇ ਆਪਾਂ ਉਹਨੂੰ ਮੈਜ਼ਰ ਵੀ ਕਰ ਸਕਦੇ ਹਾਂ। ਸੋ ਨੈਕਸਟ ਰਾਜੇ ਹੈਗਾ ਜੀ ਕਲਾਸੀਫਿਕੇਸ਼ਨ ਆਫ ਦਾ ਮਨੀ, ਕਿਸਮਾਂ ਮਨੀ ਦੀਆਂ, ਠੀਕ ਹੈ ਜੀ। ਪਹਿਲਾ ਹੈਗਾ ਪੂਰਨਕਾਇਆ ਮੁੰਦਰਾ। ਇਸ ਦਾ ਸੰਬੰਧ ਕਹਿੰਦੇ ਉਸ ਮੁੰਦਰਾ ਨਾਲ ਹੈ ਜੋ ਸਿੱਕਿਆਂ ਦੇ ਰੂਪ ਵਿੱਚ ਹੁੰਦੀ ਆ। ਲਾਈਕ ਜਿਹੜੀ ਆਪਣੇ ਕੋਲੇ ਕੋਇਨਸ ਹੁੰਦੇ ਸੀ, ਇਹ ਬ੍ਰਿਟਿਸ਼ ਟਾਈਮ ਹੁੰਦਾ ਸੀ ਰਾਜੇ ਜਦੋਂ, ਠੀਕ ਹੈ, ਉਦੋਂ ਮਤਲਬ ਇਸ਼ੂ ਹੋਏ ਸੀਗੇ। ਇਹਨਾਂ ਦੇ ਉੱਪਰ ਕੀ ਸੀਗਾ ਰਾਜੇ ਵੀ ਕੋਇਨਸ ਦੇ ਉੱਪਰ ਜਿਹੜਾ ਰੇਟ, ਜਿਹੜਾ ਪ੍ਰਾਈਸ ਲਿਖਿਆ ਹੁੰਦਾ ਸੀਗਾ ਅਤੇ ਜਿਹੜਾ ਉਹਦੇ ਵਿੱਚ ਮੈਟਲ ਯੂਜ਼ ਕੀਤਾ ਹੁੰਦਾ ਸੀ, ਦੀਜ਼ ਹੈਵ ਆਰ ਦਾ ਸੇਮ ਵੈਲਿਊਜ਼, ਠੀਕ ਹੈ। ਉਹਨਾਂ ਜਿਹੜੀ ਵੈਲਿਊ ਸੀ ਰਾਜੇ ਬਿਲਕੁਲ ਸੇਮ ਸੀ। ਲਾਈਕ ਜੇ 1 ਰੁਪਏ ਦਾ ਕੋਇਨ ਆ ਤਾਂ ਉਹਦੇ ਜਿਹੜਾ ਮੈਟਲ ਜਾਂ ਜਿਹੜਾ ਮਟੀਰੀਅਲ ਯੂਜ਼ ਕੀਤਾ ਗਿਆ ਰਾਜੇ ਉਹ ਵੀ 1 ਰੁਪਏ ਦਾ ਹੋਊਗਾ। ਸੋ ਉਸ ਟਾਈਮ ਕੀ ਸੀਗਾ, ਲੋਕ ਉਹਨੂੰ ਈਜ਼ਲੀ ਪਿਘਲਾ ਕੇ ਹੈ ਨਾ ਮੈਟਲ ਨੂੰ ਜ਼ਿਆਦਾ ਹਾਈ ਰੇਟ ਦੇ ਉੱਪਰ, ਠੀਕ ਹੈ ਜੀ, ਮਾਰਕੀਟ ਦੇ ਵਿੱਚ ਸੇਲ ਕਰ ਸਕਦੇ ਸੀਗੇ। ਇਸ ਮੁੰਦਰਾ ਵਸਤੂ ਦਾ ਮੁੱਲ ਇਸ ਦੇ ਮੌਦਰਿਕ ਮੁੱਲ ਦੇ ਬਰਾਬਰ ਹੋਊਗਾ ਰਾਜੇ। ਵਸਤੂ ਮਤਲਬ ਜਿਹੜੇ ਸਿੱਕੇ ਦਾ ਮੁੱਲ ਆ ਅਤੇ ਜਿਹੜਾ ਉਹਦੇ ਉੱਪਰ ਲਿਖਿਆ ਗਿਆ ਮੁੱਲ ਆ, ਦੋਨੇ ਇੱਕ ਦੂਜੇ ਦੇ ਬਰਾਬਰ ਹੈ। ਸਿੱਕੇ ਵਿੱਚ ਲੱਗੀ ਚਾਂਦੀ ਦਾ ਬਾਜ਼ਾਰ ਮੁੱਲ 1 ਹੋਇਆ ਕਰਦਾ ਸੀ। ਇਸ ਪ੍ਰਕਾਰ 1 ਰੁਪਇਆ ਪੂਰਨਕਾਇਆ ਮੁੰਦਰਾ ਸੀ। ਰੀਪ੍ਰਜੈਂਟੇਟਿਵ ਫੁੱਲ ਬੋਇਡਰ ਮਨੀ ਰਾਜੇ, ਇਸ ਦਾ ਸੰਬੰਧ ਕੀ ਹੈ, ਕਾਗਜ਼ੀ ਨੋਟ ਨਾਲ ਹੈ, ਠੀਕ ਹੈ ਜੀ। ਪੂਰਨਕਾਇਆ ਮੁੰਦਰਾ ਦਾ ਕੀ ਹੈ ਰਾਜੇ, ਰੀਪ੍ਰਜੈਂਟੇਟਿਵ ਕਰਦੇ ਆ। ਅਸਲ ਵਿੱਚ ਕੀ ਹੈ ਰਾਜੇ, ਇਹ ਇੱਕ ਚਿੱਟ ਹੁੰਦੀ ਹੈ ਜਿਸ ਨੂੰ ਸਰਕਾਰ ਇਸ਼ੂ ਕਰਦੀ ਆ। ਉਸ ਕਾਗਜ਼ ਜਿਸ 'ਤੇ ਛਪੇ ਹੁੰਦੇ ਹਨ ਉਸ ਦਾ ਬਾਜ਼ਾਰ ਮੁੱਲ ਕੋਈ, ਜਿਵੇਂ ਆਪਣੇ ਕੋਲ ਰਾਜੇ ਜਿਹੜਾ ਪੇਪਰ ਆ ਯੂਜ਼ ਕਰਦੇ ਆ ਨਾ, ਉਹਦਾ ਕੋਈ ਮੁੱਲ ਨਹੀਂ ਹੈਗਾ। ਬਟ ਜਦੋਂ ਉਸ ਪੇਪਰ ਦੇ ਉੱਪਰ ਪ੍ਰਿੰਟ ਹੋ ਗਿਆ ਹੈ ਨਾ, ਆਪਣੀ ਕਰੰਸੀ ਦੀ ਵੈਲਿਊ ਪ੍ਰਿੰਟ ਹੋ ਗਈ, ਠੀਕ ਹੈ, ਗੌਰਮੈਂਟ ਨੇ ਪ੍ਰਿੰਟ ਕਰਤੀ ਰਾਜੇ, RBI ਨੇ ਉਹਦੇ 'ਤੇ ਸਟੈਂਪ ਲਗਾਤੀ, ਦੈਨ ਇਟ ਹੈਜ਼ ਵੈਲਿਊ, ਤਾਂ ਉਹਦੀ ਵੈਲਿਊ ਬਣਦੀ ਆ। ਕ੍ਰੈਡਿਟ ਮਨੀ ਰਾਜੇ, ਕ੍ਰੈਡਿਟ ਮਨੀ ਬੇਸਿਕਲੀ ਹੁੰਦੀ ਆ ਵੀ ਮੌਦਰਿਕ ਮੁੱਲ ਉਸਦੇ ਵਸਤੂ ਮੁੱਲ ਤੋਂ ਕੀ ਰਾਜੇ ਕਿਤੇ ਜ਼ਿਆਦਾ ਹੁੰਦਾ। ਇਸ ਦਾ ਕਾਰਨ ਇਹ ਹੈ ਕਿ ਜਿਸ ਵਸਤੂ ਦਾ ਮੁੰਦਰਾ ਲਈ ਪ੍ਰਯੋਗ ਕੀਤਾ ਜਾਂਦਾ ਹੈ ਉਹ ਵਸਤੂ ਬਾਜ਼ਾਰ ਵਿੱਚ ਕੁੱਲ ਪੂਰਤੀ ਦਾ ਇੱਕ ਬਹੁਤ ਕੀ ਛੋਟਾ ਜਿਹਾ ਹਿੱਸਾ ਹੁੰਦੀ ਆ। ਇਸ ਤਰ੍ਹਾਂ ਵਸਤੂ ਦਾ ਜਿਹੜਾ ਬਾਜ਼ਾਰ ਮੁੱਲ ਹੈਗਾ ਮੁੰਦਰਾ ਦੇ ਮੌਦਰਿਕ ਮੁੱਲ ਤੋਂ ਕੀ ਹੁੰਦਾ ਰਾਜੇ, ਜ਼ਿਆਦਾ ਹੁੰਦਾ ਹੈ। ਓਕੇ ਜੀ, ਨੈਕਸਟ ਟੌਪਿਕ ਹੈਗਾ ਰਾਜੇ ਮੁੰਦਰਾ ਦੇ ਕੰਮ, ਠੀਕ ਹੈ। ਮੁੰਦਰਾ ਦੇ ਬੇਸਿਕਲੀ 2 ਕੰਮ, ਪ੍ਰਾਇਮਰੀ ਅਤੇ ਸੈਕੰਡਰੀ ਅਤੇ ਕੌਂਡੀਨੈਂਟ, ਠੀਕ ਹੈ ਜੀ। 3 ਜੀ ਪ੍ਰਾਇਮਰੀ ਫੰਕਸ਼ਨ ਕਿਹੜੇ ਹੁੰਦੇ, ਮੁੱਢਲੇ ਕੰਮ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸੋ ਪਹਿਲਾ ਹੈਗਾ ਜੀ ਮੀਡੀਅਮ ਆਫ ਐਕਸਚੇਂਜ। ਜਿਹੜਾ ਮਨੀ ਦਾ ਸਭ ਤੋਂ ਮੇਨ ਇੰਪੋਰਟੈਂਟ ਫੰਕਸ਼ਨ ਹੈ ਜੋ ਮੀਡੀਅਮ ਆਫ ਐਕਸਚੇਂਜ ਹੀ ਆ।
ठीक है। इसका मतलब क्या है भी मुद्रा के रूप में जो मनुख है राजे है ना अपन जड़ियाँ जरूरतां है उन्होंने पूरा कर सकता। लाइक वो किसी भी मुद्रा के नाल राजे आप किसी प्रोडक्ट को खरीद सकते हैं वेच सकते हैं, ठीक है, एनी टाइम। सो ਜਿਹੜੀਆਂ कमियां राजे अपन बार्टर सिस्टम के सीगियां ना हुण मुद्रा के आउण नाल की हो गया राजे ਆਪਾਂ ਉਹਨਾਂ ਨੂੰ पूरा कर सकते हैं, मतलब वो खत्म हो गई। लाइक जिवें दूरे संजोग की ਜਿਹੜੀ ਸੀਗੀ डबल को इंसीडेंस ऑफ वन दैट वाज टोटली फिनिश, ठीक है जी। सो जिहदे नाल की हो गया राजे काम करना हुण मुद्रा आ गया, मनी आ गई अपने को, ठीक है। सो काम करना बहुत ईजी हो गया है ना, समय की बचत हो गई, ठीक है, अपने एफर्ट सेव हो गए है ना, लैस कॉस्टली हो गया सारा काम, ठीक है जी। ਆਪਾਂ ਹੁਣ ਕੀ ਹੈ ਵੀ ਮਨੀ ਦੇ ਨਾਲ ਕੀ ਹੋ ਗਿਆ ਵੀ ਜਿਹੜਾ ਕੰਮ ਹੈਗਾ ਹੈ ਨਾ ਉਹਨੂੰ ਆਪਾਂ ਸੌਦਿਆਂ ਦਾ ਸਮਾਂ ਥਾਂ ਦੇ ਆਧਾਰ 'ਤੇ ਮਤਲਬ ਆਪਾਂ ਈਜ਼ਲੀ ਰਾਜੇ ਮਨੀ ਜਿਹੜੇ ਹੈਗੇ ਆ ਲਾਈਕ ਇੱਕ ਪਰਸਨ ਨੇ ਕਿੰਨੇ ਕੰਮ ਕੀਤਾ, ਕੰਮ ਨੂੰ ਮੈਜ਼ਰ ਕਰਕੇ ਆਪਾਂ ਉਹਦੇ ਹਿਸਾਬ ਨਾਲ ਉਹਨੂੰ ਜਿਹੜੀ ਹੈਗੀ ਸੈਲਰੀ ਪ੍ਰੋਵਾਈਡ ਕਰਵਾ ਸਕਦੇ ਹਾਂ। ਸੋ ਨੈਕਸਟ ਹੈਗਾ ਰਾਜੇ ਮੁੰਦਰਾ ਦਾ ਮਾਪਦੰਡ ਮਤਲਬ ਮੈਜ਼ਰ ਆਫ ਯੂਨਿਟ ऑफ वैल्यू। दैट मीनस कि राजे मुद्रा का जोड़ा काम है दूसरा वो की है भी वस्तुओं के सेवावां के मुੱਲ ਨੂੰ मापना। हुण की है राजे आपां मुद्रा दे नाल हरेक वस्तु की जिहड़ी कीमत आ उहनूं ईजली पता कर सकते हैं। लाइक हुण आपां ईजली कह सकते हैगे आ बई जिहड़ी मेरी बाइक आ वो इन्ने दी आ है ना, मेरी बुक इन्ने प्राइस दी है, ठीक है जी, ठीक है। देखो जिवें लिखा कि जो असीं कहने कि किलो खंड की कीमत 15 रुपए तो खंड की मुद्रा में प्रगट किया गया है। सो यही चीज़ है भी हुण मुद्रा नाल की हो गया जी आपां प्रोडक्ट्स की कीमत लगा सकते हैं, आपां उन्हां दी वैल्यू पता कर सकते हैं, ठीक है। हरेक वस्तु के जिहड़े मुੱਲ है कहते अंकण मगरों मुद्रा जिहड़े ਵੱਖ-ਵੱਖ वस्तुओं के सेवावां दे विचकार एक अनुपात एक रेशो फिक्स करती है राजे, जिस दे आधार ते वस्तुओं के सेवावां आपसी विच जिहड़ा वटांदरा है वो संभव हो सकता। जिवें हिसाब किताब रखना बहुत ईजी हो गया राजे, आपां नूं एसेट्स लाइबिलिटीज़ नूं पता करना बहुत ईजी हो गया, ठीक है जी। दैन राजे सैकेंडरी फंक्शन स्टैंडर्ड ऑफ द डेफर्ड पेमेंट है ना। डेफर्ड पेमेंट किहड़ी सीगी राजे, डेफर्ड पेमेंट जो फ्यूचर पेमेंट्स वो वाली पेमेंट हुंदी जिहड़ियां आपां प्रॉमिस करदे भी आपां किसी फ्यूचर डेट ते उन्हां नूं पे करांगे, ठीक है जी। उन्हां नूं आपां फ्यूचर डेफर्ड पेमेंट कहा जांदा हैगा। बट बार्टर सिस्टम में ये चीज़ पॉसीबल नहीं सीगी है ना, आप ऑलरेडी डिस्कस कर चुके हैं राजे। बट नाउ है ना भी हुण की है राजे मनी आउण दे नाल की हो गया, आप डेफर्ड पेमेंट ईजी हो गया। हुण आप हरेक परसन तो लाइक काम लै सकते हैं, ठीक है जी। तो ना फ्यूचर दे विच आप प्रॉमिस करते भी उसनूं पे कर, जिवें आप मैं पहले दस्सी सी एक जिवें एक इंपलॉई नूं रख लो, ठीक है जी, तो काम कर लो एंड ऑफ द मंथ है ना वी विल पे, ठीक है, ओके जी। नैक्सट राजे स्टोर वैल्यू। सो बार्टर सिस्टम की सीगा राजे उन्होंने स्टोर करना बहुत डिफिकल्ट सी, लाइक जिवें प्रोडक्ट्स होंदे आ ना दीज आर पैरिशेबल, ईजली खराब हो जाते डैमेज हो जाती सी। बट नाउ जिहड़ी है राजे मुद्रा का जिहड़ा हैगा मनी नूं आपां ईजली स्टोर करके रख सकते हैं, ठीक है जी। आपां नूं मतलब ये नहीं हैगा भी ये चीज़ खराब हो जानी है, पैरिशेबल नहीं हैगी है ना, आपां लॉन्ग टाइम लिए स्टोर करके रख सकते हैं, ठीक है। जिहड़े मनी का कहते जिहड़ा स्टोर करके रखने का अर्थ कि मुद्रा नूं अलग अलग वस्तुओं के सेवावां लई खर्च करन दा तुरंत कोई विचार मतलब आपां ये नहीं हैगा भी आपां कहंदे आपां अज नहीं खरीदांगे, आपां महीने नूं खरीदांगे, हफ्ते नूं खरीदांगे, तो आपां पैसे नूं संभाल के रख सकते हैं जिन्ना टाइम अपना नहीं मूड हैगा है ना, अपना नहीं मन बनता कोई चीज़ खरीदण दा। सो वस्तु वटांदरा प्रणाली अंतर्गत मुੱਲ ਦਾ ਭੰਡਾਰ करना संभव नहीं सी क्योंकि वस्तुआं किसी नाशवान होंदियां हन। वस्तुओं नूं भुगतान के रूप में सारे मनुख स्वीकार नहीं करते, पर मुद्रा के रूप में जिहड़ा मुੱਲ ਦਾ ਭੰਡਾਰ करना बहुत औखा बहुत सौखा हैगा जी, ठीक है। इनू आप ईजली कर सकते हैं। मुद्रा के रूप में जिहड़ी बचत करना ईजी हो गया, इनू निवेश करना बहुत ईजी हो गया, ठीक है जी। सो नैक्सट जो हैगा जी ट्रांसफर ऑफ वैल्यू। देखो बार्टर सिस्टम की सीगा भी प्रोडक्ट्स नूं एक जगह दूजी जगह ट्रांसफर करना बहुत डिफिकल्ट सीगा, बट हुण मनी आउण नाल की हो गया भी ईजली नॉट है ना भी आप कल्ले एक प्लेस तो दूजे प्लेस तक नहीं, एक परसन तो दूजे परसन नूं भी ट्रांसफर कर सकते हैं, ठीक है। इहदे नाल की हो गया भी हुण जिवें मनी आ गई हैगी है ना, ट्रांसफर वैल्यू हो सकदी ईजली, उहदे नाल जिहड़े लोक हैगे आ पीपल है ना उन्हां दी जिहड़ियां नीड्स हैगियां राजे लोड़ां वो वध गईयां। लोड़ां दी पूर्ति लई आपां कियां दूरों दूरों प्रोडक्ट्स परचेज करदे हां, ठीक है। उहदे नाल जिहड़ी मनी दे विच लिक्विडिटी आ गई है ना, उहनूं जनरल एक्सैप्टेंस है, मतलब उहनूं सारे किते मन्निया जांदा, ठीक है जी। सो उहनूं एक जगह दूजी जगह ते ट्रांसफर करना इट बिकम वेरी ईजी।
ਇਸ ਤੋਂ ਇਲਾਵਾ ਕਹਿੰਦੇ ਮੁੰਦਰਾ ਦੇ ਰੂਪ ਵਿੱਚ ਕੋਈ ਵੀ ਮਨੁੱਖ ਜਿਹੜਾ ਹੈਗਾ ਇੱਕ ਥਾਂ ਤੋਂ ਆਪਣੀ ਸੰਪੱਤੀ ਵੇਚ ਸਕਦਾ ਰਾਜੇ, ਈਜ਼ਲੀ ਉਹ ਦੂਜੇ ਥਾਂ 'ਤੇ ਜਾ ਕੇ ਲੈ ਸਕਦਾ। ਬਟ ਬਾਰਟਰ ਸਿਸਟਮ 'ਚ ਕੀ ਹੁੰਦਾ, ਜੇ ਇੱਕ ਪਰਸਨ ਇੱਕ ਜਗ੍ਹਾ ਤੋਂ ਆਪਣਾ ਘਰ ਵੇਚਦਾ ਰਾਜੇ, ਤਾਂ ਉਹ ਘਰ ਵੇਚਣ ਦੇ ਬਦਲੇ ਉਹਨੂੰ ਮਤਲਬ ਕਿ ਉਹਨੂੰ ਚਾਵਲ, ਵੀਟ, ਹੈ ਨਾ, ਐਨੀਮਲਸ ਵਗੈਰਾ, ਕੈਟਲਸ ਵਗੈਰਾ, ਹੈ ਨਾ, ਬਫੈਲੋ, ਇਹ ਸਾਰਾ ਕੁਛ ਹੀ ਮਿਲਣਾ ਸੀਗਾ। ਅਤੇ ਉਹਨਾਂ ਨੂੰ ਇੱਕ ਜਗ੍ਹਾ ਦੂਜੀ ਜਗ੍ਹਾ ਮਤਲਬ ਟਰਾਂਸਫਰ ਕਰਨਾ ਬਹੁਤ ਡਿਫੀਕਲਟ ਹੋ ਜਾਂਦਾ ਸੀਗਾ। ਬਟ ਬਾਰਟਰਸ ਮਤਲਬ ਹੁਣ ਕੀ ਮਨੀ ਆਉਂਦਾ, ਉਹ ਸਾਰਾ ਕੁਛ ਲਿਮੀਟੇਸ਼ਨ ਕੱਟ ਆਫ ਹੋ ਗਿਆ, ਹੁਣ ਬਹੁਤ ਈਜ਼ੀ ਹੋ ਗਿਆ। ਸੋ ਦਿਸ ਇਜ਼ all about the one chapter.